ਵਾਹਿਗੁਰੂ 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 ਵਾਹਿਗੁਰੂ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ ਕਟੈ ਹਉ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਸੱਜਣ ਸੱਚਾ ਪਾਤਸ਼ਾਹ ਗੁਰੂ ਸਾਹਿਬ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ। ਤਿਨ ਕੇ ਸਭ ਰੋਗ ਗਵਾਏ। ਤੇ ਮੁਕਤ ਪਾਏ ਜਿਨ ਹਰ ਨਾਮ ਧਿਆਇਆ। ਤਿਨ ਪਵਿੱਤ ਪਰਮ ਪਦ ਪਾਏ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ। ਤਿਨ ਕੇ ਸਭ ਰੋਗ ਗਵਾਏ। ਤੇ ਮੁਕਤ ਪਾਏ ਜਿਨ ਹਰ ਨਾਮ ਧਿਆਇਆ। ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਆਰੋਗ ਪਾਏ। ਗੁਰ ਬਚਨੀ ਜਿਨਾ ਜਪਿਆ ਮੇਰਾ ਹਰ ਹਰ। ਤਿਨ ਕੇ ਹਉ ਮੈਂ ਰੋਗ ਗਏ। ਰਹਾਉ ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ। ਵਿੱਚ ਹਉ ਮੈਂ ਕਾਰ ਕਮਾਈ। ਜਿਨ ਕੀਏ ਤਿਸਹਿ ਨਾ ਚੇਤਹਿ ਬਪੜੇ। ਹਰ ਗੁਰਮੁਖ ਸੋਜੀ ਪਾਈ। ਹਉ ਮੈਂ ਰੋਗ ਸਭ ਜਗਤ ਵਿਆਪਿਆ। ਤਿਨ ਕਉ ਜਨਮ ਮਰਨ ਦੁਖ ਭਾਰੀ। ਗੁਰ ਪ੍ਰਸਾਦੀ ਕੋ ਵਿਰਲਾ ਛੂਟੈ। ਤਿਸ ਜਨ ਕਉ ਹਉ ਬਲਿਹਾਰੀ। ਜਿਨ ਸ਼ੇਖ ਸਾਜੀ ਸੋਈ ਹਰ ਜਾਣੈ। ਤਾਕਾ ਰੂਪ ਅਪਾਰ। ਨਾਨਕ ਆਪੇ ਵੇਖ ਹਰ ਬਿਗਸੈ। ਗੁਰਮੁਖ ਬ੍ਰਹਮ ਵਿਚਾਰ।
ਜੈਨ ਸੇਠ ਸਾਜੀ ਸੋਈ ਹਰ ਜਾਣੈ, ਤਾ ਕਾ ਰੂਪ ਅਪਾਰ, ਨਾਨਕ ਆਪੇ ਵੇਖ ਹਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਦੀਨ ਕੇ ਦਇਆਲ ਦਾਤੇ, ਲੋਕ ਪਰਲੋਕ ਵਿੱਚ ਪ੍ਰਕਾਸ਼ਮਾਨ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਨਿਰੰਕਾਰ ਦਾ ਸ਼ਬਦ ਸਰੂਪ, ਹਾਜ਼ਰ ਨਾਜ਼ਰ ਗੁਰਦੇਵ, ਚਵਰ ਤਖਤ ਰਾਜ ਦੇ ਮਾਲਕ, ਸਿਰ ਸ਼ਾਹਾਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਤੇ ਸਿਆਣੀਓ ਧੀਓ, ਗੱਜ ਵੱਜ ਕੇ ਫਤਿਹ ਦੀ ਸਾਂਝ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਦਇਆਲ ਲਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਬਚਨ, ਜੋ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਦਰ ਤੋਂ ਸਮੁੱਚੇ ਸੰਸਾਰ ਲਈ ਕੇਵਲ ਸੁਨੇਹਾ ਨਹੀਂ, ਸਗੋਂ ਇੱਕ ਹੁਕਮ ਹੈ। ਸਾਧ ਸੰਗਤ ਜੀ, ਦੋਏ ਕਰ ਜੋੜ ਇੱਕ ਬੇਨਤੀ ਕਰਾਂ। ਆਮ ਤੌਰ ਤੇ ਆਖ ਤਾਂ ਦਿੰਦੇ ਆ ਕਿ 83,99,999 ਜੂਨਾਂ ਭੁਗਤ ਕੇ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਪਰ ਇਹ ਆਰਜਾ ਕੋਈ ਬਹੁਤ ਲੰਮੇਰੀ ਨਹੀਂ। ਅੱਜ ਦੇ ਜੀਵ ਦੀ ਐਵਰੇਜ ਉਮਰ ਜਿਹੜੀ ਹੈ ਜੋ ਇਸ ਸੰਸਾਰ ਤੇ ਭੁਗਤਦਾ ਹੈ, ਲਗਭਗ 50 ਵਰੇ। ਪੁਰਾਤਨ ਸਮਿਆਂ ਵਿੱਚ ਆਰਜਾ ਲੰਮੇਰੀ ਹੋਇਆ ਕਰਦੀ ਸੀ, ਪਰ ਜੇ ਕੋਈ ਮਨੁੱਖ ਪਰਮੇਸ਼ਵਰ ਦੇ ਲੜ ਨਹੀਂ ਲੱਗਾ, ਜੇ ਮਾਇਆ ਦੇ ਹਨੇਰੇ ਵਿੱਚ ਅਜੇ ਹੱਥ ਪੈਰ ਮਾਰ ਰਿਹਾ, ਆਮ ਤੌਰ ਤੇ ਅਸੀਂ ਇਸ ਜੀਵਨ ਦੀਆਂ 3 ਅਵਸਥਾਵਾਂ ਦਾ ਜ਼ਿਕਰ ਕਰਦੇ ਹਾਂ: ਬਚਪਨ, ਜਵਾਨੀ ਤੇ ਬੁਢੇਪਾ। ਸੱਚ ਕਹਿ ਦਿਆਂ, ਜੇ ਨਾਮ ਦੀ ਅਜੇ ਚਿਣਗ ਜੀਵਨ ਵਿੱਚ ਪ੍ਰਗਟ ਨਹੀਂ ਹੋਈ, ਨਾਮ ਦੇ ਹੁਲਾਰੇ ਅਜੇ ਆਨੰਦ ਨਹੀਂ ਮਾਣਿਆ, ਤੇ ਨਾਮ ਤੋਂ ਬਿਨਾਂ ਹਾਲਾਤ ਇਹ ਨੇ ਬਚਪਨ ਬੜਬੋਲਾ, ਕੇਵਲ ਗੱਲੀ ਬਾਤੀ ਲੰਘ ਗਿਆ। ਕਿਉਂਕਿ ਬਹੁਤੇ ਬਾਲਕਾਂ ਨੂੰ ਨਿੱਕੀ ਉਮਰੇ ਨਾਮ ਜਪਣ ਦੀ ਸੋਝੀ ਨਹੀਂ ਹੁੰਦੀ। ਕੋਈ ਵਿਰਲੇ ਹੀ ਨੇ ਭਗਤ ਪ੍ਰਹਲਾਦ ਵਰਗੇ, ਜਾਂ ਭਗਤ ਧਰੂ ਵਰਗੇ, ਜਾਂ ਬਾਬਾ ਬੁੱਢਾ ਜੀ ਵਰਗੇ। ਬਚਪਨ ਬੜਬੋਲਾ ਇਹ ਅਜੋਕੇ ਸਮੇਂ ਦੀ ਸੱਚਾਈ ਹੈ। ਜਵਾਨੀ ਅੱਗ ਦਾ ਗੋਲਾ, ਹਉਮੈ ਹੰਕਾਰ ਦੇ ਵਿੱਚ, ਕਾਮ ਕ੍ਰੋਧ ਦੇ ਵਿੱਚ ਖੱਚਤ ਹੋਇਆ ਮਨੁੱਖ ਪਰਿਵਾਰ ਦੀ ਤਾਂ ਕੀ ਮੰਨਣੀ ਹੈ, ਸੱਚੇ ਗੁਰੂ ਦੀ ਵੀ ਨਹੀਂ ਮੰਨਦਾ। ਫਿਰ ਬੇਨਤੀ ਕਰਦੇ ਹਾਂ, ਬਚਪਨ ਬੜਬੋਲਾ, ਜਵਾਨੀ ਅੱਗ ਦਾ ਗੋਲਾ, ਤੇ ਬੁਢੇਪਾ ਭਇਆ ਪੁਰਾਣਾ ਚੋਲਾ। ਬਸ ਖੇਡ ਖਤਮ, ਨਾ ਮਿਲਿਆ ਸਦ ਰੰਗ ਢੋਲਾ। ਜੀਵਨ ਬੀਤ ਗਿਆ, ਅਜਾਈਂ ਚਲਾ ਗਿਆ। ਜਿਸ ਕਾਰਜ ਨੂੰ ਕਰਨ ਲਈ ਇਸ ਸੰਸਾਰ ਦੇ ਵਿੱਚ ਆਏ ਸਾਂ, ਉਸ ਮੂਲ ਤੋਂ ਕਿਤੇ ਦੂਰ ਲੰਘ ਗਏ, ਤੇ ਫਿਰ 84 ਲੱਖ ਦਾ ਗੇੜ ਤਿਆਰ ਹੈ। ਬਚਪਨ ਬੜਬੋਲਾ, ਜਵਾਨੀ ਅੱਗ ਦਾ ਗੋਲਾ, ਬੁਢਾਪਾ ਭਇਆ ਪੁਰਾਣਾ ਚੋਲਾ, ਨਾ ਮਿਲਿਆ ਸਦ ਰੰਗ ਢੋਲਾ।
ਜੀਵਨ ਗੁਜ਼ਰ ਗਿਆ। ਇਸੇ ਲਈ ਅੱਜ ਦੇ ਪਾਵਨ ਫਰਮਾਨ ਦੇ ਵਿੱਚ ਮੇਰੇ ਸੋਹਣੇ ਸਤਿਗੁਰੂ ਦੀਨ ਕੇ ਦਇਆਲ ਮਾਧੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹਨਾਂ ਬਚਨਾਂ ਦੇ ਰਾਹੀਂ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ 735 ਅੰਗ ਤੇ ਸੁਭਾਏਮਾਨ ਨੇ ਤੇ ਗੁਰੂ ਕੇ ਕੀਰਤਨੀਆਂ ਨੂੰ ਇਹ ਪਾਵਨ ਸ਼ਬਦ ਸੂਹੀ ਰਾਗ ਦੇ ਵਿੱਚ ਜੋ ਦੁਪਹਿਰ ਤੋਂ ਪਹਿਲਾਂ ਦਾ ਰਾਗ ਹੈ, ਇਹ ਸ਼ਬਦ ਗਾਇਨ ਕਰਨ ਦਾ ਸਤਿਗੁਰਾਂ ਨੇ ਹੁਕਮ ਕੀਤਾ ਹੈ। ਸੋ ਅੱਜ ਦੇ ਪਾਵਨ ਸ਼ਬਦ ਦਾ ਸਿਰਲੇਖ ਹੈ ਸੂਹੀ ਮਹੱਲਾ ਚੌਥਾ। ਸਤਿਗੁਰ ਸੱਚੇ ਪਾਤਸ਼ਾਹ ਅੱਜ ਦੇ ਪਾਵਨ ਬਚਨਾਂ ਦੇ ਵਿੱਚ ਮਨੁੱਖਤਾ ਨੂੰ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਉਹ ਭਾਗਾਂ ਵਾਲੇ ਗੁਰਮੁਖ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਵਰ ਹਰੀ ਦਾ ਨਾਮ ਟਿਕ ਗਿਆ, ਭਗਤੀ ਦੇ ਮਾਰਗ ਤੇ ਕਦਮ ਪੁੱਟਿਆ, ਜੋ ਪਰਮੇਸ਼ਵਰ ਦੇ ਨਾਮ ਦੇ ਵਿੱਚ ਗੁੜੁੰਦ ਹੋਏ ਜੀਵਨ ਦਾ ਆਨੰਦ ਮਾਣ ਰਹੇ ਨੇ। ਪਰਮੇਸ਼ਵਰ ਜੀ, ਰੱਬ ਜੀ, ਵਾਹਿਗੁਰੂ ਜੀ ਕਿਰਪਾ ਕਰਕੇ ਉਹਨਾਂ ਦੇ ਜੀਵਨ ਵਿੱਚੋਂ ਸਭ ਰੋਗ ਗਵਾਏ। ਇੱਕ ਦੋ ਰੋਗਾਂ ਦੀ ਗੱਲ ਨਹੀਂ ਕੀਤੀ, ਸਮੁੱਚੇ ਔਗਣ, ਸਮੁੱਚੇ ਰੋਗ ਵਾਹਿਗੁਰੂ ਪਰਮੇਸ਼ਵਰ ਜੀ ਆਪ ਕੱਟ ਦਿੰਦੇ ਨੇ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਪਰਮੇਸ਼ਵਰ ਦਾ ਨਾਮ ਜਪਿਆ ਜੀਵਨ ਵਿੱਚ ਐਸੀ ਖੇਡ ਵਰਤਦੀ ਏ ਕਿ ਮਨੁੱਖ ਨੂੰ ਮੁਕਤੀ ਦਾ ਮਾਰਗ ਦਿਸ ਪੈਂਦਾ ਹੈ। ਤੇ ਫਿਰ ਗੁਰੂ ਦੇ ਦਰਸਾਏ ਹੋਏ ਉਪਦੇਸ਼ ਅਨੁਸਾਰ ਜਦੋਂ ਜੀਵਨ ਵਿੱਚ ਮੁਕਤੀ ਦੇ ਮਾਰਗ ਦੇ ਕਦਮ ਪੁੱਟੀਏ ਤਾਂ ਉੱਤਮ ਪਦ ਦੀ ਪ੍ਰਾਪਤੀ ਹੁੰਦੀ ਏ। ਇੱਕ ਬੇਨਤੀ ਕਰਾਂ, ਆਮ ਤੌਰ ਤੇ ਕਈ ਮਨੁੱਖ ਇਹ ਗੱਲ ਕਹਿੰਦੇ ਸੁਣੇ ਜਾਂਦੇ ਨੇ ਕਿ ਜੀ ਅਸਾਂ ਕੋਈ ਐਸਾ ਮਨੁੱਖ ਨਹੀਂ ਡਿੱਠਾ ਜੋ ਮੰਜ਼ਿਲ ਤੇ ਪਹੁੰਚਿਆ ਹੋਵੇ। ਬੇਨਤੀ ਕਰਾਂ, ਕਿਸੇ ਦੀ ਮੰਜ਼ਿਲ ਤੇ ਪਹੁੰਚਣ ਦੀ ਉਮੀਦ ਨਾ ਕਰੋ, ਸਗੋਂ ਜੇ ਕੋਈ ਭਗਤੀ ਦੇ ਮਾਰਗ ਤੇ ਕਦਮ ਪੁੱਟ ਰਿਹਾ ਨਾ, ਜਾਂ ਅਜੇ ਉਹ ਕੇਵਲ ਯਤਨਸ਼ੀਲ ਹੈ ਭਗਤੀ ਦੇ ਮਾਰਗ ਤੇ ਕਦਮ ਪੁੱਟਣ ਲਈ, ਉਸਨੇ ਮਨ ਬਣਾਇਆ ਨਾ, ਸਾਡੇ ਲਈ ਉਹ ਵੀ ਸਤਿਕਾਰਯੋਗ ਹੈ। ਕਿਉਂਕਿ ਮੰਜ਼ਿਲ ਤੇ ਕੋਈ ਵਿਰਲਾ ਹੀ ਪਹੁੰਚਦਾ। ਜਗ ਮਹਿ ਉੱਤਮ ਕਾਢੀਆ ਹੈ ਵਿਰਲੇ ਕੇਈ ਕੇ। ਜਿਸ ਨੇ ਮਨ ਬਣਾਇਆ, ਜਿਹਨੇ ਗੁਟਕਾ ਫੜਿਆ, ਜਪਜੀ ਸਾਹਿਬ ਪੜ੍ਹਨੀ ਆਰੰਭ ਕੀਤੀ ਏ, ਸਾਡੇ ਲਈ ਉਹ ਵੀ ਅਤੀ ਸਤਿਕਾਰਯੋਗ ਹੈ। ਜਿਸ ਨੇ ਪੰਜ ਬਾਣੀਆਂ ਦਾ ਨਿਤਨੇਮ ਕਰਨ ਦਾ ਮਨ ਬਣਾਇਆ, ਅਜੇ ਸ਼ੁਰੂਆਤ ਕੀਤੀ ਏ, ਗੁਰੂ ਕਿਆ ਸਿੱਖਾ ਤੇਰੇ ਲਈ ਉਹ ਵੀ ਸਦਾ ਸਤਿਕਾਰਯੋਗ ਹੈ। ਪਤਾ ਨਹੀਂ ਕਦੋਂ ਮੰਜ਼ਿਲ ਤੇ ਪਹੁੰਚ ਜਾਵੇਂਗਾ। ਅਸੀਂ ਕੇਵਲ ਇੱਕ ਦੂਜੇ ਨੂੰ ਵੇਖਦੇ ਰਹਿ ਗਏ, ਇਹ ਪੱਕਾ ਹੈ ਕਿ ਅਸੀਂ ਨਹੀਂ ਪਹੁੰਚ ਸਕਾਂਗੇ। ਇੱਕ ਝੜਨਦੀਆਂ ਇੱਕ ਦੂਜੇ ਨੂੰ ਵੇਖ ਕੇ ਅਗਾਂਹ ਵਧਣ ਦਾ ਯਤਨ ਕਰੀਏ। ਨਿਤਨੇਮ ਦੇ ਵਿੱਚ ਜਿਹੜਾ ਤੁਹਾਡੇ ਤੋਂ ਅੱਗੇ ਹੈ ਨਾ, ਜਿਹੜਾ ਨਾਮ ਦਾ ਅਭਿਆਸ ਪਰਪੱਕ ਹੈ, ਜਿਹੜਾ ਸਤ ਸੰਗਤ ਦੀਆਂ ਬੇਸ਼ਕੀਮਤੀ ਘੜੀਆਂ ਦਾ ਆਨੰਦ ਮਾਣਦਾ ਹੈ, ਗੁਰੂ ਕਿਆ ਸਿੱਖਾ ਉਹਦੇ ਵੱਲ ਵੇਖ। ਜਿਹਦਾ ਨਿਤਨੇਮ ਪਰਪੱਕ ਹੈ, ਉਸ ਦੇ ਵਰਗਾ ਬਣਨ ਦਾ ਯਤਨ ਕਰ। ਜੀਵਨ ਦੇ ਵਿੱਚ ਪਰਮ ਪਦ ਦੀ ਪ੍ਰਾਪਤੀ ਹੋਵੇਗੀ। ਮੇਰੇ ਰਾਮ
ਮੇਰੇ RAM ਹਰ ਜਨ ਅਰੋਗ ਪਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਦੇ ਪਾਤਰ ਗੁਰੂ ਕੇ ਸਿੱਖ ਨੂੰ ਇਹ ਗੱਲ ਸਮਝਾਉਂਦੇ ਨੇ, ਜਦੋਂ ਗੁਰੂ ਦੇ ਘਰ ਆ ਕੇ ਬਖਸ਼ਿਸ਼ ਦੇ ਪਾਤਰ ਬਣ ਗਏ ਤੇ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਵਰ ਐਸੀ ਖੇਡ ਰਚਾਉਂਦਾ ਹੈ ਕਿ ਹਰੀ ਪਿਆਰੇ ਦੇ ਜਿਹੜੇ ਭਗਤ ਨੇ, ਜਨ ਲਫ਼ਜ਼ ਬੜਾ ਕਮਾਲ ਦਾ ਹੈ। ਸਤਿਗੁਰਾਂ ਨੇ ਬਾਣੀ ਦੇ ਵਿੱਚ ਇਸ ਲਫ਼ਜ਼ ਨੂੰ ਬਾਕਮਾਲ ਢੰਗ ਦੇ ਨਾਲ ਕਈ ਥਾਵਾਂ ਤੇ ਵਰਤਿਆ। ਜਿਹੜੇ ਗੁਰੂ ਕੇ ਸਿੱਖ ਨੇ, ਜਿਹੜੇ ਪਰਮੇਸ਼ਵਰ ਦੇ ਭਗਤ ਨੇ, ਸਤਿਗੁਰੂ ਫਰਮਾਉਂਦੇ ਨੇ ਉਹ ਸਾਰੇ ਰੋਗਾਂ ਤੋਂ ਮੁਕਤ ਹੋ ਜਾਂਦੇ ਨੇ, ਉਹਨਾਂ ਦੇ ਸਾਰੇ ਦੁੱਖ ਕੱਟੇ ਜਾਂਦੇ ਨੇ। ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨ ਕੇ ਹਉ ਮੈਂ ਰੋਗ ਗਏ। ਗੁਰੂ ਦੇ ਬਚਨ ਮੰਨ ਕੇ ਜੋ ਗੁਰਸਿੱਖ ਪਿਆਰੇ ਰੱਬ ਦੇ ਢੁੰਡਾਊ ਉਸ ਸੋਹਣੇ ਰੱਬ ਦੇ ਦਰਸਾਏ ਹੋਏ ਮਾਰਗ ਤੇ ਟੁਰਦੇ ਨੇ, ਸਤਿਗੁਰਾਂ ਨੇ ਇੱਥੇ ਹਉਮੈ ਰੋਗ ਦੀ ਗੱਲ ਕੀਤੀ। ਤਿਨ ਕੇ ਹਉਮੈ ਰੋਗ ਗਏ, ਕਿਉਂਕਿ ਹਉਮੈ ਦੀਰਘ ਰੋਗ ਹੈ। ਹਉਮੈ ਨੂੰ, ਅਹੰਕਾਰ ਨੂੰ, ਈਗੋ ਨੂੰ ਮਾਲਕ ਪਰਮੇਸ਼ਵਰ ਜੀ ਨੇ ਸਭ ਤੋਂ ਵੱਡਾ ਰੋਗ ਕਹਿ ਕੇ ਦਰਸਾਇਆ। ਇੱਥੇ ਹਉਮੈ ਰੋਗ ਨੂੰ ਤਾਂ ਮੈਂਸ਼ਨ ਕੀਤਾ ਹੈ ਕਿ ਜੇ ਹਉਮੈ ਦਾ ਰੋਗ ਕਟਿਆ ਗਿਆ ਤਾਂ ਇਸ ਤੋਂ ਬਾਕੀ ਰੋਗ ਸਾਰੇ ਛੋਟੇ ਨੇ, ਉਹ ਆਪੇ ਹੀ ਗੁਰੂ ਦੀ ਕਿਰਪਾ ਦੇ ਨਾਲ ਕੱਟੇ ਜਾਂਦੇ ਨੇ, ਜੋ ਗੁਰੂ ਦੇ ਬਚਨ ਨੂੰ ਮੰਨਦੇ ਨੇ। ਗੁਰੂ ਦਾ ਬਚਨ ਜੀਵਨ ਵਿੱਚ ਸਦਾ ਸਤ ਕਰਕੇ ਮੰਨਣਾ, ਇਹ ਹਰ ਗੁਰਸਿੱਖ ਦਾ ਫਰਜ਼ ਹੈ, ਕਿਉਂਕਿ ਗੁਰੂ ਦਾ ਬਚਨ ਤਿੰਨ ਕਾਲ ਸਤ ਹੈ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਗੁਰੂ ਦਾ ਬਚਨ ਕਦੇ ਝੂਠਾ ਨਹੀਂ ਪੈਂਦਾ। ਸੋ ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਇੱਥੇ ਇੱਕ ਬੇਨਤੀ ਕਰਾਂ, ਜੇ ਇਤਿਹਾਸ ਦੇ ਪੰਨਿਆਂ ਵਿੱਚ ਝਾਤ ਮਾਰਨ ਦਾ ਯਤਨ ਕਰੀਏ ਨਾ, ਤੇ ਦੋ ਤਰ੍ਹਾਂ ਦੀਆਂ ਬਿਰਤੀਆਂ ਨਜ਼ਰ ਆਉਂਦੀਆਂ ਨੇ। ਕਿਉਂਕਿ ਅੱਜ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਹੋ ਰਹੀ ਹੈ। ਇੱਕ ਬਿਰਤੀ ਹੈ ਪ੍ਰਿਥੀ ਚੰਦ ਵਾਲੀ। ਇਹ ਬਿਰਤੀ ਕੀ ਹੈ ਕਿ ਜੋ ਕੁਝ ਵੀ ਹੈ ਉਹ ਮੇਰਾ ਹੈ, ਕਿਉਂਕਿ ਮੈਂ ਗੁਰੂ ਦਾ ਪੁੱਤਰ, ਗੁਰੂ ਦਾ ਭਲੇਠੀ ਪੁੱਤਰ ਹਾਂ, ਵੱਡਾ ਪੁੱਤਰ ਹਾਂ, ਜੋ ਕੁਝ ਵੀ ਹੈ ਉਹ ਮੇਰਾ ਹੈ। ਉਹ ਇਸ ਭਾਵਨਾ ਦੇ ਨਾਲ ਹੰਕਾਰ ਦੇ ਵਿੱਚ ਮਤਿਆ ਹੋਇਆ ਜੀਵਨ ਜੀ ਰਿਹਾ। ਇਹ ਬਿਰਤੀ ਹੈ। ਤੇ ਦੂਜੇ ਪਾਸੇ ਬਿਰਤੀ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ, ਉਹ ਵੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਤੀਜੇ ਸਪੁੱਤਰ ਨੇ। ਪਰ ਉਹਨਾਂ ਦੀ ਬਿਰਤੀ ਕੀ ਹੈ? ਜੋ ਕਿਛ ਹੈ ਸੋ ਤੇਰਾ। ਗੱਲ ਤੇ ਬਿਰਤੀ ਦੀ ਹੈ ਨਾ। ਇੱਕ ਬਿਰਤੀ ਹੈ ਵੀ ਜੋ ਕੁਝ ਵੀ ਹੈ ਮੇਰਾ ਹੈ, ਇਹਦਾ ਮੈਂ ਮਾਲਕ ਹਾਂ। ਉਹ ਕਦੇ ਗੁਰੂ ਨਾਨਕ ਦੇ ਘਰ ਪ੍ਰਵਾਨ ਨਹੀਂ ਹੋਏਗਾ। ਪ੍ਰਵਾਨ ਕੌਣ ਹੋਏਗਾ? ਬਿਰਤੀ ਕਿਹੜੀ ਪ੍ਰਵਾਨ ਹੋਏਗੀ? ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਸੋ ਇਸ ਬਿਰਤੀ ਦੇ ਵਿੱਚ ਜੀਵਨ ਦਾ ਆਨੰਦ ਮਾਣੀਏ। ਪਰਮੇਸ਼ਵਰ ਜੀ, ਵਾਹਿਗੁਰੂ ਜੀ, ਇਹ ਜੀਵਨ ਵੀ ਤੁਹਾਡਾ ਬਖਸ਼ਿਸ਼ ਕੀਤਾ ਹੋਇਆ ਹੈ, ਇਹ ਮਤ ਬੁੱਧ ਵੀ ਤੁਹਾਡੀ ਕਿਰਪਾ ਨਾਲ ਪ੍ਰਾਪਤ ਹੋਈ ਹੈ। ਜੇ ਜੀਵਨ ਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਸਤਿਗੁਰਾਂ ਨੇ ਬਖਸ਼ਿਆ ਨਾ, ਕਦੇ ਨਿਤਨੇਮੀ ਹੋਣ ਦਾ ਮਾਣ ਨਾ ਕਰ ਬੈਠੇ ਹੋ। ਮਾਫ ਕਰਨਾ, ਅਸੀਂ ਕਈ ਵਾਰ ਅੰਮ੍ਰਿਤਧਾਰੀ ਹੋਣ ਦਾ ਵੀ ਮਾਣ ਕਰ ਲੈਂਦੇ ਆ। ਮੈਂ ਤੇ ਅੰਮ੍ਰਿਤਧਾਰੀ, ਦੂਜਾ ਬੇਅਮ੍ਰਿਤੀ ਹੈ, ਉਹਦੇ ਵੀ ਅਰਦਾਸ ਕਰੋ। ਸੱਚੇ ਪਾਤਸ਼ਾਹ, ਜੇ ਮੁਝ ਗਰੀਬ ਤੇ ਟੁੱਟਿਆ ਪ੍ਰਸੰਨ ਹੋਇਆ ਨਾ, ਤੇ ਮੇਰਾ ਸਾਥੀ, ਮੇਰਾ ਮਿੱਤਰ, ਮੇਰਾ ਰਿਸ਼ਤੇਦਾਰ, ਮੇਰਾ ਪਰਿਵਾਰ ਦਾ ਕੋਈ ਸੱਜਣ ਅਜੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਹੋਈ, ਕਲਗੀਧਰ ਪਾਤਸ਼ਾਹ ਇਸ ਨੂੰ ਵੀ ਕਿਰਪਾ ਕਰਕੇ ਆਪਣੇ ਬੇੜੇ ਤੇ ਸਵਾਰ ਕਰੋ। ਪਤਾ ਨਹੀਂ ਉਹ ਸਾਡੇ ਤੋਂ ਅਗਾਂਹ ਲੰਘ ਜਾਏ। ਇੱਕ ਬੇਨਤੀ ਕਰਕੇ ਅੱਗੇ ਲੰਘਾਂ। ਨਿਤ ਦੀ ਅਰਦਾਸ ਦੇ ਵਿੱਚ ਇੱਕ ਬਚਨ ਸ਼ਾਮਲ ਕਰ ਲਈ ਹੈ। ਜਿਹੜੀ ਅਸੀਂ ਨਿੱਜੀ ਅਰਦਾਸ ਕਰਦੇ ਹਾਂ ਨਾ,
ਇੱਕ ਬਚਨ ਸ਼ਾਮਲ ਕਰ ਲਈਏ, ਬੜਾ ਕੰਮ ਆਏਗਾ, ਗੁਰੂ ਬੜਾ ਪ੍ਰਸੰਨ ਹੋਏਗਾ। ਵਾਹਿਗੁਰੂ ਜੀ, ਅਵਲ ਤੇ ਮੇਰਾ ਕੋਈ ਵੈਰੀ ਹੋਵੇ ਨਾ, ਇਹ ਮੰਗਣਾ ਗੁਰੂ ਦੇ ਚਰਨਾਂ ਵਿੱਚੋਂ। ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਅਵਲ ਤੇ ਮੇਰਾ ਕੋਈ ਵੈਰੀ ਹੋਵੇ ਨਾ, ਪਰ ਜੇ ਕੋਈ ਮੇਰੇ ਪ੍ਰਤੀ ਵੈਰ ਦੀ ਭਾਵਨਾ ਰੱਖਦਾ ਹੈ, ਮੇਰੇ ਮਨ ਵਿੱਚ ਵੈਰ ਨਹੀਂ, ਪਰ ਜੇ ਦੂਜਾ ਮੇਰੇ ਪ੍ਰਤੀ ਵੈਰ ਦੀ ਭਾਵਨਾ ਰੱਖਦਾ ਹੈ, ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਅਵਲ ਤੇ ਮੇਰਾ ਕੋਈ ਵੈਰੀ ਹੋਵੇ ਨਾ, ਜੇ ਕੋਈ ਮੇਰੇ ਪ੍ਰਤੀ ਵੈਰ ਦੀ ਭਾਵਨਾ ਰੱਖਦਾ ਹੈ, ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੇਰੇ ਤੋਂ ਪਹਿਲਾਂ ਉਸ ਦਾ ਭਲਾ ਕਰਨਾ ਤੇ ਉਸ ਦੇ ਚਰਨਾਂ ਸਦਕਾ ਮੇਰਾ ਭਲਾ ਕਰਨਾ। ਦੁਸ਼ਮਣ ਦੀ ਵੀ ਵੈਰੀ ਦੀ ਵੀ ਭਲਾਈ ਦੀ ਅਰਦਾਸ ਕਰੋ। ਗੁਰੂ ਰਾਮਦਾਸ ਦੇ ਦਰ ਤੇ ਬਖਸ਼ੇ ਜਾਵਾਂਗੇ। ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਹ ਤਾਂ ਸਿਖਲਾਇਆ, ਬਾਬੇ ਨਾਨਕ ਦੇ ਵੱਡੇ ਘਰ ਦਾ ਇਹੋ ਤਾਂ ਸੁਣਿਆ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਰਹਾਉ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉ ਮੈਂ ਕਾਰ ਕਮਾਈ। ਪੁਰਾਤਨ ਧਰਮ ਗ੍ਰੰਥਾਂ ਦੇ ਅਨੁਸਾਰ ਜਿਨ੍ਹਾਂ ਧਰਮਾਂ ਦੇ ਵਿੱਚ ਬ੍ਰਹਮਾ, ਵਿਸ਼ਨੂੰ, ਮਹਾਦੇਵ ਜਾਂ ਹੋਰ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ, ਇਹ ਵੀ ਜ਼ਿਕਰ ਮਿਲਦਾ ਹੈ ਕਿ ਸਮੇਂ ਦੇ ਇਹ ਦੇਵਤੇ ਭਾਵੇਂ ਅਕਾਲ ਦੇ ਹੁਕਮ ਦੇ ਵਿੱਚ ਪ੍ਰਗਟ ਹੋਏ, ਇਹ ਆਪਣੇ ਆਪ ਦੇ ਵਿੱਚ ਕੋਈ ਮਹਾਸ਼ਕਤੀ ਨਹੀਂ, ਕਿਉਂਕਿ ਮਹਾਸ਼ਕਤੀ ਕੇਵਲ ਅਕਾਲ ਪੁਰਖ ਹੈ। ਕਲਗੀਧਰ ਪਾਤਸ਼ਾਹ ਨੇ ਵੀ ਇਹਨਾਂ ਦੇਵੀ ਦੇਵਤਿਆਂ ਦਾ ਜ਼ਿਕਰ ਕਰਕੇ ਇੱਕ ਥਾਂ ਬਚਨ ਕੀਤਾ, ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸਹਿਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ। ਇਹਨਾਂ ਤਿੰਨਾਂ ਦਾ ਨਾਂ ਆਉਂਦਾ, ਬ੍ਰਹਮਾ ਵਿਸ਼ਨ ਮਹੇਸ਼ ਸਾਜ, ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ, ਤੈਂ ਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੇ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਬੜੇ ਬੜੇ ਮੁਨ ਦੇਵਤੇ ਕਈ ਜੁਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਇਹ ਨਿਰੰਕਾਰ ਦੀ ਪਰਮੇਸ਼ਵਰ ਦੀ ਉਸਤਤ ਕਰਦਿਆਂ ਕਲਗੀਧਰ ਪਾਤਸ਼ਾਹ ਨੇ ਬਚਨ ਫਰਮਾਏ। ਸਤਿਗੁਰੂ ਸੱਚੇ ਪਾਤਸ਼ਾਹ ਵੀ ਇਹ ਗੱਲ ਸਮਝਾਉਂਦੇ ਨੇ ਵੀ ਇਹ ਤਿੰਨੋਂ ਦੇਵਤੇ ਜਿਸ ਰੱਬ ਦਾ ਸਨੇਹਾ ਲੈ ਕੇ ਇਸ ਸੰਸਾਰ ਦੇ ਵਿੱਚ ਆਏ, ਉਸ ਸਨੇਹੇ ਨੂੰ ਵਿਸਾਰ ਕੇ ਮਾਇਆ ਦੇ ਭਰਮ ਭੁਲੇਖਿਆਂ ਵਿੱਚ ਐਸੇ ਖੱਚਤ ਹੋਏ ਕਿ ਆਪਣੀ ਪੂਜਾ ਕਰਵਾਉਣ ਦੇ ਵਿੱਚ ਰੁੱਝ ਗਏ, ਹੰਕਾਰੀ ਹੋ ਗਏ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਖੱਚਤ ਹੋਏ ਤੇ ਆਪਣੀ ਪੂਜਾ ਕਰਾਉਣ ਦੇ ਵਿੱਚ ਹਉਮੈ ਕਾਰ ਕਮਾਈ, ਹਉਮੈ ਦੇ ਵਿੱਚ ਆਪ ਹੀ ਕਿਸੇ ਨੂੰ ਵਰ ਦੇਣ ਲੱਗ ਪਏ, ਕਿਸੇ ਨੂੰ ਸ਼ਰਾਪ ਦੇਣ ਲੱਗ ਪਏ। ਇਤਿਹਾਸ ਗਵਾਹ ਹੈ ਪੁਰਾਤਨ ਗ੍ਰੰਥਾਂ ਦੇ ਅਨੁਸਾਰ, ਜਿਹੜਾ ਕਿਸੇ ਨੂੰ ਵਰ ਜਾਂ ਸ਼ਰਾਪ ਦੇ ਰਿਹਾ ਹੈ, ਇਸ ਦਾ ਭਾਵ ਉਹ ਆਪਣੀ ਹੋਂਦ ਦੇ ਵਿੱਚ ਹੈ, ਉਹ ਪਰਮੇਸ਼ਵਰ ਦੀ ਹੋਂਦ ਤੋਂ ਬਾਗੀ ਹੋ ਗਿਆ। ਨਹੀਂ ਤੇ ਮਨੁੱਖ ਦੀ ਕੀ ਬਿਸਾਤ ਹੈ? ਮਨੁੱਖ ਦੀ ਐਸੀ ਕਿਹੜੀ ਤਾਕਤ ਹੈ ਜੋ ਕਿਸੇ ਨੂੰ ਵਰ ਜਾਂ ਸ਼ਰਾਪ ਦੇ ਸਕੇ? ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਤਿੰਨਾਂ ਦਾ ਨਾਂ ਲੈ ਕੇ ਪਏ ਦਰਸਾਉਂਦੇ ਨੇ, ਜਿਨ ਕੀਏ ਤਿਸ ਹੈ ਨਾ ਚੇਤਹਿ ਬਪੜੇ, ਹਰ ਗੁਰਮੁਖ ਸੋਜੀ ਪਾਈ। ਜਿਹੜਾ ਇਹਨਾਂ ਦਾ ਸਿਰਜਣਹਾਰ ਹੈ, ਅਕਾਲ ਰੂਪ ਹੈ, ਪਰਮਾਤਮਾ ਹੈ, ਵਾਹਿਗੁਰੂ ਹੈ, ਉਸ ਨੂੰ ਨਹੀਂ ਧਿਆਉਂਦੇ, ਸਗੋਂ ਆਪਣੇ ਹੰਕਾਰ ਦੇ ਵਿੱਚ ਮੱਤੇ ਹੋਏ ਆਪ ਹੀ ਰੱਬ ਬਣ ਬੈਠੇ। ਬਾਬਾ ਜੀ ਫਰਮਾਉਂਦੇ ਨੇ, ਜਿਹੜੇ ਗੁਰਮੁਖ ਜਨ ਨੇ, ਹਰ ਗੁਰਮੁਖ ਸੋਝੀ ਪਾਈ। ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਦੀ ਦਰਸਾਈ ਹੋਈ ਮਤ ਅਨੁਸਾਰ ਜੀਵਨ ਨੂੰ ਜਿਉਣ ਦਾ ਯਤਨ ਪਏ ਕਰਦੇ ਨੇ, ਗੁਰੂ ਦੇ ਬਚਨ ਨੂੰ ਹਿਰਦੈ ਧਾਰ ਕੇ ਆਪਣੇ ਜੀਵਨ ਨੂੰ ਸੱਚ ਦੇ ਮਾਰਗ ਤੇ ਪਏ ਤੋਰਦੇ ਨੇ, ਉਹਨਾਂ ਨੂੰ ਇਸ ਸੱਚ ਦੀ ਸੋਝੀ ਹੋ ਗਈ। ਹਉ ਮੈਂ ਰੋਗ ਸਭ ਜਗਤ ਵਿਆਪਿਆ,
ਤਿਨ ਕਉ ਜਨਮ ਮਰਨ ਦੁਖ ਭਾਰੀ। ਹਉਮੈ ਰੋਗ ਦੇ ਵਿੱਚ ਖਚਤ ਹੋਇਆ ਮਨੁੱਖ, ਭਾਵੇਂ ਉਹ ਬਾਹਰੀ ਪੱਖੋਂ ਧਰਮ ਦਾ ਲਿਬਾਸ ਵੀ ਪਹਿਨਦਾ, ਪਰ ਉਹ ਕਦੇ ਵੀ ਇਸ ਮਹਾਸਾਗਰ ਦੇ ਵਿੱਚੋਂ ਪਾਰ ਨਹੀਂ ਹੋ ਸਕਦਾ, ਕਿਉਂਕਿ ਹਉਮੈ ਜਿਹੜੀ ਹੈ ਉਹਦੇ ਨਾਲ ਹੈ। ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕਉ ਜਨਮ ਮਰਨ ਦੁਖ ਭਾਰੀ। ਫੇਰ 84 ਦੇ ਗੇੜ ਦੇ ਵਿੱਚ, ਆਵਣ ਜਾਣ ਦੇ ਖੇਡ ਦੇ ਵਿੱਚ ਇਤਿਹਾਸ ਪੜ੍ਹੀਏ। ਸਮੇਂ ਦਾ ਬਾਦਸ਼ਾਹ ਔਰੰਗਜ਼ੇਬ 5 ਵਕਤ ਦਾ ਨਮਾਜ਼ੀ ਹੈ, ਨਿਤ ਦੀ ਨਮਾਜ਼ ਅਦਾ ਕਰਦਾ, ਆਪਣੇ ਧਰਮ ਦੇ ਵਿੱਚ ਪੱਕਾ ਹੈ। ਕਈ ਵਾਰ ਹੈਰਾਨ ਹੋਣਾ, ਔਰੰਗਜ਼ੇਬ ਵੀ ਇੱਕ ਖੁਦਾ ਨੂੰ ਮੰਨਣ ਵਾਲਾ, ਤੇ ਗੁਰੂ ਨਾਨਕ ਦਾ ਘਰ ਵੀ ਇੱਕ ਖੁਦਾ ਨੂੰ ਮੰਨਣ ਵਾਲਾ। ਔਰੰਗਜ਼ੇਬ ਵੀ 5 ਵਕਤ ਦੀ ਨਮਾਜ਼ ਪੜ੍ਹਦਾ ਹੈ, ਤੇ ਸਿੱਖ ਨੂੰ ਵੀ ਸਵੇਰੇ 5 ਬਾਣੀਆਂ, ਸ਼ਾਮੀ ਸੋਦਰ, ਹਰ ਸਮੇਂ ਵਾਹਿਗੁਰੂ ਦਾ ਸਿਮਰਨ, ਹਰ ਸਮੇਂ ਪਰਮਾਤਮਾ ਦੀ ਯਾਦ ਵਿੱਚ ਜੀਵਨ ਜਿਉਣ ਦਾ ਢੰਗ। ਔਰੰਗਜ਼ੇਬ ਵੀ ਬੁੱਤ ਪ੍ਰਸਤ ਨਹੀਂ, ਮੂਰਤੀਆਂ ਨੂੰ ਨਹੀਂ ਪੂਜਦਾ, ਤੇ ਗੁਰੂ ਨਾਨਕ ਦਾ ਘਰ ਵੀ ਮੂਰਤੀਆਂ ਨੂੰ ਨਹੀਂ ਪੂਜਦਾ। ਹੁਣ ਵੇਖਿਆ ਜਾਏ ਤੇ ਹੁਣ ਸਿਧਾਂਤ ਇੱਕੋ ਹੈ, ਇੱਕ ਰੱਬ ਨੂੰ ਮੰਨਣਾ। ਔਰੰਗਜ਼ੇਬ ਦਾ ਵੀ ਇਹ ਸਿਧਾਂਤ ਹੈ, ਬਾਬੇ ਨਾਨਕ ਦਾ ਵੀ ਇਹ ਸਿਧਾਂਤ ਹੈ। ਮੂਰਤੀਆਂ ਨੂੰ ਨਹੀਂ ਪੂਜਣਾ, ਇਹ ਉਹ ਸਿਧਾਂਤ ਔਰੰਗਜ਼ੇਬ ਦਾ, ਇਹ ਉਹ ਸਿਧਾਂਤ ਬਾਬੇ ਨਾਨਕ ਦਾ। ਹਰ ਸਮੇਂ ਪਰਮੇਸ਼ਵਰ ਦੀ ਯਾਦ ਵਿੱਚ ਰਹਿਣਾ, ਆਪਣਾ ਨਿਤਨੇਮ ਪਰਪੱਕ ਕਰਨਾ, ਇਹੋ 5 ਵਕਤ ਦਾ ਨਮਾਜ਼ੀ ਕਰ ਰਿਹਾ, ਇਹੋ ਗੁਰੂ ਕਾ ਸਿੱਖ ਕਰ ਰਿਹਾ। ਜੇ ਸਿਧਾਂਤ ਇੱਕੋ ਸੀ ਤਾਂ ਫਿਰ ਔਰੰਗਜ਼ੇਬ ਦੁਸ਼ਟ ਬਣ ਕੇ ਗੁਰੂ ਨਾਨਕ ਦੇ ਘਰ ਹਮਲਾਵਰ ਕਿਉਂ ਹੋਇਆ? ਕਿੰਨੀਆਂ ਸ਼ਹੀਦੀਆਂ ਹੋਈਆਂ? ਕਾਰਨ ਕੇਵਲ ਇੱਕੋ ਸੀ ਕਿ ਔਰੰਗਜ਼ੇਬ ਭਾਵੇਂ 5 ਵਕਤ ਦਾ ਨਮਾਜ਼ੀ ਸੀ, ਭਾਵੇਂ ਖੁਦਾ ਪ੍ਰਸਤ ਨੂੰ ਮੰਨਣ ਵਾਲਾ ਸੀ, ਕੁਰਾਨੇ ਪਾਕ ਤੇ ਅਕੀਦਾ ਕਰਨ ਵਾਲਾ ਸੀ, ਪਰ ਜਿਹੜਾ ਰਾਜ ਦਾ ਹੰਕਾਰ ਸੀ ਨਾ, ਉਸ ਨੇ ਔਰੰਗਜ਼ੇਬ ਨੂੰ ਦੁਸ਼ਟ ਬਣਾ ਦਿੱਤਾ। ਇਹ ਜਿਹੜਾ ਪਾਤਸ਼ਾਹੀਆਂ ਦਾ ਹੰਕਾਰ ਹੈ, ਜਿਹੜਾ ਚੌਧਰ ਦਾ ਹੰਕਾਰ ਹੈ, ਕਈ ਵਾਰ ਇਹ ਧਰਮੀ ਮਨੁੱਖ ਨੂੰ ਵੀ ਅਧਰਮੀ ਬਣਾ ਦਿੰਦਾ ਹੈ। ਦੂਜੀ ਗੱਲ ਸੀ ਕੱਟੜਪੁਣਾ। ਕੱਟੜ ਕਿਸੇ ਵੀ ਧਰਮ ਵਿੱਚ ਹੋਵੇ ਮਾੜਾ ਹੈ। ਸੱਚ ਕਹਿ ਦਿਆਂ, ਕੱਟੜ ਹਮੇਸ਼ਾ ਕੱਟੜ ਦਾ ਕੰਮ ਕਰੇਗਾ, ਤੋੜਨ ਦਾ ਕੰਮ ਕਰੇਗਾ। ਇਸੇ ਲਈ ਬਾਬੇ ਨਾਨਕ ਨੇ ਸਾਨੂੰ ਕੱਟੜਤਾ ਤੋਂ ਬਚਾਇਆ। ਕੱਟੜ ਨਾ ਕਦੇ ਆਪਣਾ ਭਲਾ ਕਰ ਸਕਿਆ, ਨਾ ਕਿਸੇ ਦੂਜੇ ਦਾ ਭਲਾ ਕਰ ਸਕਿਆ, ਕਿਉਂਕਿ ਉਹ ਸਦਾ ਹਉਮੈ ਵਿੱਚ ਖੱਚਤ ਹੋਇਆ ਹੈ। ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਤਿਸ ਜਨ ਕਉ ਹਉ ਬਲਿਹਾਰੀ। ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਗੁਰਮੁਖ ਹੈ ਜੋ ਬਚਨ ਕਮਾਉਣ ਦੇ ਵਿੱਚ ਸ਼ਰਧਾ ਵਸ ਹੋ ਕੇ ਨਿਪੁੰਨ ਹੋ ਗਿਆ, ਜਿਸ ਨੇ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਕਦਮ ਪੁੱਟਦਿਆਂ ਸ਼ਰਧਾਵਾਨ ਹੋ ਕੇ, ਇੱਥੇ ਸ਼ਰਧਾ ਦੀ ਅਤ ਲੋੜ ਹੈ। ਬੇਨਤੀ ਕਰਾਂ, ਕੋਈ ਨਿਤਨੇਮ ਕਰੇ ਮੁਬਾਰਕ ਹੈ, ਨਿਤਾ ਪ੍ਰਤੀ ਗੁਰੂ ਘਰ ਆਵੇ, ਸਤ ਸੰਗਤ ਕਰੇ ਮੁਬਾਰਕ ਹੈ, ਪਰ ਸ਼ਰਧਾ ਬਿਨਾ ਨਹੀਂ ਸਰਦਾ। ਸ਼ਰਧਾ ਬਿਨਾ ਧਰਮ ਦੀ ਖੇਡ ਅਧੂਰੀ ਹੈ। ਸੋ ਗੁਰੂ ਦੀ ਕਿਰਪਾ ਦੇ ਨਾਲ, ਗੁਰਪ੍ਰਸਾਦ ਦੇ ਨਾਲ ਕੋਈ ਵਿਰਲੇ ਨੇ ਜੋ ਧਰਮ ਦੇ ਮਾਰਗ ਤੇ ਟੁਰ ਕੇ ਮੰਜ਼ਿਲ ਤੱਕ ਪਹੁੰਚੇ ਨੇ, ਜੋ ਸੱਚ ਨੂੰ ਪਛਾਣ ਗਏ ਨੇ। ਸਤਿਗੁਰੂ ਫਰਮਾਉਂਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਜਿਨ ਸ੍ਰੇਸ਼ਟ ਸਾਜੀ ਸੋਈ ਹਰ ਜਾਣੈ, ਤਾ ਕਾ ਰੂਪ ਅਪਾਰੂ। ਜਿਸ ਨੇ ਇੱਕ ਕੁਦਰਤ ਦੀ ਸਿਰਜਣਾ ਕੀਤੀ ਹੈ, ਜੋ ਕਾਦਰ ਹੈ, ਜੋ ਪਰਮੇਸ਼ਵਰ ਹੈ, ਜਿਸ ਨੇ ਇੱਕ ਫੁਰਨੇ ਦੇ ਵਿੱਚ ਇਹ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ, ਜੋ ਸਭ ਦੇ ਅੰਦਰ ਰਵਿਆ ਹੋਇਆ ਹੈ, ਵਸਿਆ ਹੋਇਆ ਹੈ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਪਰਮੇਸ਼ਵਰ ਵਾਹਿਗੁਰੂ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ ਹੈ, ਕਿਉਂਕਿ ਪਰਮਾਤਮਾ ਤ੍ਰੈਕਾਲਦਰਸ਼ੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ।
ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਉਹ ਸ੍ਰਿਸ਼ਟੀ ਵਿੱਚ ਰਮਿਆ ਹੋਇਆ, ਘਟ ਘਟ ਵਿੱਚ ਵਸਿਆ ਹੋਇਆ, ਆਪ ਹੀ ਆਪਣੇ ਸਿਰਜੇ ਹੋਏ ਮਨੁੱਖ ਦੇ ਕਾਰੇ ਵੇਖ ਰਿਹਾ ਹੈ, ਆਪ ਹੀ ਪ੍ਰਸੰਨ ਹੋਇਆ ਹੈ ਤੇ ਆਪ ਹੀ ਉਹ ਸਾਰੇ ਭਲੇ ਕਾਰਜਾਂ ਦੇ ਵਿੱਚ ਸਹਾਈ ਹੋ ਕੇ ਆਪਣੇ ਗੁਰਮੁਖਾਂ ਨੂੰ ਆਪ ਕਿਰਪਾ ਕਰਕੇ ਆਪਣੇ ਲੜ ਲਾਉਂਦਾ ਹੈ ਤੇ ਉਹਨਾਂ ਨੂੰ ਇਸ ਮਾਰਗ ਤੇ ਤੁਰਨ ਦੀ ਪ੍ਰੇਰਨਾ ਬਖਸ਼ਿਸ਼ ਕਰਦਾ ਹੈ। ਬੇਨਤੀ ਕਰਾਂ, ਕਦੇ ਵੀ ਜੇ ਗੁਰੂ ਨੇ ਨਿਤਨੇਮ ਦੀ ਦਾਤ ਬਖਸ਼ੀ ਏ, ਬਾਣੀ ਪੜ੍ਹਨ ਦੀ ਦਾਤ ਬਖਸ਼ੀ ਏ, ਮੁਬਾਰਕ ਏ, ਪਰ ਕਈ ਵਾਰ ਅਸੀਂ ਅਰਦਾਸ ਕਰਨ ਵੇਲੇ ਜਾਣੇ ਅਣਜਾਣੇ ਵਿੱਚ ਟਪਲਾ ਖਾ ਜਾਂਦੇ ਆ। ਸਤਿਗੁਰੂ ਮੈਂ 5 ਬਾਣੀਆਂ ਦਾ ਨਿਤਨੇਮ ਕੀਤਾ, ਸਤਿਗੁਰੂ ਮੈਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ। ਬੇਨਤੀ ਕਰਾਂ, ਕਦੇ ਆਪਣੇ ਮਨ ਨੂੰ ਘੋਖ ਕੇ ਵੇਖਿਓ, ਮੈਂ ਕੀਤਾ, ਮੈਂ ਕਰਨ ਜੋਗਾ ਹੋ ਗਿਆ, ਮੈਂ ਸੁਖਮਨੀ ਸਾਹਿਬ ਪੜਨ ਜੋਗਾ ਹੋ ਗਿਆ, 5 ਬਾਣੀਆਂ ਪੜਨ ਜੋਗਾ ਹੋ ਗਿਆ? ਨਹੀਂ ਪਿਆਰਿਓ, ਬਾਣੀ ਪੜਨ ਵੇਲੇ ਮੁਬਾਰਕ, ਪਰ ਅਰਦਾਸ ਕਰਨ ਵੇਲੇ ਵੀ ਜਿਹੜੀ ਇਹ ਹਉਮੈ ਹੈ ਨਾ, ਇਹ ਲੜ ਨਹੀਂ ਜੇ ਸਾਡਾ ਛੱਡਦੀ। ਅਰਦਾਸ ਕਰਨ ਵੇਲੇ ਬਚਨ ਕੀ ਹੋਣ, ਗੱਲ ਵਿੱਚ ਪੱਲਾ ਪਾ ਕੇ, ਸਤਿਗੁਰੂ ਤੁਸਾਂ ਤਰਸ ਕੀਤਾ, ਆਪਣਾ ਸੇਵਕ ਜਾਣ ਕੇ ਆਪਣੀ ਧੀ ਪਾਸੋਂ, ਆਪਣੇ ਪੁੱਤਰ ਪਾਸੋਂ ਸੀਸ ਤੇ ਹੱਥ ਰੱਖ ਕੇ 5 ਬਾਣੀਆਂ ਦੇ ਨਿਤਨੇਮ ਦੀ ਸੇਵਾ ਤੁਸਾਂ ਲਈ। ਅਸਾਂ ਜੋਰ ਨਹੀਂ, ਜੇ ਕਿਛ ਕਰ ਹਮ ਸਾਕੈ। ਅਰਦਾਸ ਕੀ ਹੋਵੇ, ਜਿਉਂ ਭਾਵ ਹੈ ਤਿਵੇਂ ਬਖਸ਼। ਤੁਸਾਂ ਸੀਸ ਤੇ ਹੱਥ ਰੱਖ ਕੇ ਸੇਵਾ ਲਈ, ਜਦੋਂ ਇਹ ਭਾਵਨਾ ਹੋਏਗੀ, ਕੀਤਾ ਹੋਇਆ ਨਿਤਨੇਮ ਵੀ ਥਾਂ ਪੈ ਜਾਏਗਾ। ਸਤਿਗੁਰ ਕਿਰਪਾ ਕਰਨ। ਆਓ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਨੂੰ ਵੀ ਨਾਲ ਨਾਲ ਵਿਚਾਰਨਾ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ, ਤਾਗਾ ਕਰ ਕੈ ਲਾਈ ਥਿਗਲੀ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਹ ਪਾਵਨ ਬਚਨ ਰਾਮਕਲੀ ਰਾਗ ਦੇ ਵਿੱਚ ਕਈ ਵੇਰਾਂ ਮਨੁੱਖ ਧਰਮ ਦਾ ਪਹਿਰਾਵਾ ਪਹਿਨ ਕੇ ਹੰਕਾਰੀ ਹੋ ਜਾਂਦਾ ਹੈ ਤੇ ਹੰਕਾਰ ਦੇ ਵਿੱਚ ਦੂਜਿਆਂ ਨੂੰ ਪਿਆ ਉਪਦੇਸ਼ ਦਿੰਦਾ ਹੈ। ਇੱਥੇ ਸਤਿਗੁਰਾਂ ਨੇ ਜੋਗੀਆਂ ਨੂੰ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਸਮਝਾਉਣਾ ਕੀਤਾ। ਗੱਲ ਕੇਵਲ ਉਹਨਾਂ ਜੋਗੀਆਂ ਦੀ ਨਹੀਂ, ਇਹ ਸਾਡੇ ਤੇ ਵੀ ਲਾਗੂ ਹੁੰਦੀ ਹੈ। ਜਿਨ੍ਹਾਂ ਨੂੰ ਮਾਣ ਸੀ ਨਾ, ਪਿੰਡੇ ਤੇ ਵਿਭੂਤ ਮਲ ਕੇ ਜਟਾਵਾਂ ਧਾਰਨ ਕਰ ਲਈਆਂ, ਹੱਥ ਵਿੱਚ ਇੱਕ ਕਾਸਾ ਫੜ ਲਿਆ ਤੇ ਧਰਮੀ ਅਖਵਾਉਣ ਲੱਗ ਪਏ। ਬਾਬਾ ਜੀ ਨੇ ਬਚਨ ਕੀਤਾ, ਪੰਚਮ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਨੇ ਵੀ ਜੋਗੀਆਂ ਨੂੰ ਸਮਝਾਇਆ ਸੀ। ਤੇ ਅੱਜ 5ਵੇਂ ਜਾਮੇ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਤਾਗਾ ਕਰ ਕੈ ਲਾਈ ਥਿਗਲੀ। ਕਹਿੰਦੇ ਜਿਹੜੀ ਆ ਤੂੰ ਪੜੋਲਾ ਹੱਥ ਵਿੱਚ ਫੜਿਆ ਨਾ, ਉਹ ਨਿਰੰਕਾਰ ਪਰਮੇਸ਼ਵਰ ਜਿਸ ਨੇ ਮਨੁੱਖ ਦੀ ਸਿਰਜਣਾ ਕੀਤੀ ਹੈ, ਜਿਸ ਨੇ ਜੀਵ ਪੈਦਾ ਕੀਤੇ ਨੇ, ਉਸ ਨੇ ਵੀ ਆ ਸਰੀਰ ਦੇ ਵਿੱਚ ਜਿੰਨੀਆਂ ਨਾੜੀਆਂ ਨੇ ਨਾ, ਨਾੜੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਬੜੀਆਂ ਬਰੀਕ ਨਾੜੀਆਂ, ਅੱਜ ਤੱਕ ਸਾਇੰਸ ਇਹਨਾਂ ਦੀ ਗਿਣਤੀ ਨਹੀਂ ਜੇ ਕਰ ਸਕੀ। ਤੇ ਪਰਮੇਸ਼ਵਰ ਨੇ ਇਸ ਸਰੀਰ ਦੀ ਬਣਤਰ ਬਣਾਉਣ ਵੇਲੇ, ਮਨੁੱਖ ਨੂੰ ਪੈਦਾ ਕਰਨ ਵੇਲੇ, ਇਹ ਨਾੜੀਆਂ ਦਾ ਧਾਗਾ ਬਣਾਇਆ, ਤਾਗਾ ਕਰਕੇ ਲਾਈ ਥਿਗਲੀ। ਤੇ ਇਹਨਾਂ ਨਾੜੀਆਂ ਨੂੰ ਇਕੱਠਾ ਕਰਕੇ ਤੇ ਜਿਹੜੇ ਅੰਗ ਸਨ ਨਾ, ਇਹਨਾਂ ਦੇ ਪੈਬੰਦ ਲਾ ਕੇ, ਇਹਨਾਂ ਦੇ ਨਾਲ ਜੋੜ ਕੇ ਸਰੀਰ ਨੂੰ ਰਚਿਆ। ਪਰਮੇਸ਼ਵਰ ਬੜਾ ਵੱਡਾ ਕਾਰਸਾਜ਼ ਹੈ। ਪਰਮੇਸ਼ਵਰ ਕੈਸਾ ਬੇਅੰਤ ਹੈ। ਪਸ਼ੂ ਨੂੰ 4 ਪੈਰ ਦਿੱਤੇ ਨੇ, ਮਨੁੱਖ ਨੂੰ ਹੱਥਾਂ ਦੇ ਸਹਾਰੇ ਨਹੀਂ ਟੋਰਿਆ, 2 ਪੈਰਾਂ ਤੇ ਖੜਾ ਕਰ ਦਿੱਤਾ। 4 ਪੈਰ ਪਸ਼ੂ ਦੇ ਨੇ, ਸਾਡੇ 2 ਪੈਰ ਨੇ, 2 ਹੱਥ ਨੇ।
ਮਾਲਕ ਨੇ ਸਾਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ ਹੈ, ਕਿਉਂਕਿ ਪਰਮੇਸ਼ਵਰ ਆਪ ਕਿਰਤੀ ਹੈ। ਪਸ਼ੂ ਵਾਂਗ ਸਾਨੂੰ ਚਾਰ ਪੈਰਾਂ ਤੇ ਨਹੀਂ ਖੜਾ ਕੀਤਾ, ਸਾਨੂੰ ਦੋ ਪੈਰਾਂ ਤੇ ਖੜਾ ਕਰਕੇ ਸਾਨੂੰ ਦੋ ਹੱਥ ਆਜ਼ਾਦ ਕਰ ਦਿੱਤੇ। ਇਸ ਤੇ ਸਰੀਰ ਨਹੀਂ ਟਿਕਿਆ। ਕਿਸ ਲਈ? ਕਿ ਹੱਥਾਂ ਨਾਲ ਕਿਰਤ ਕਰੋ। ਚਾਰ ਉਂਗਲਾਂ ਨੇ, ਪੰਜਵਾਂ ਅੰਗੂਠਾ ਹੈ। ਅੰਗੂਠਾ ਕਾਹਦੇ ਵਾਸਤੇ ਦਿੱਤਾ ਹੈ? ਕਿ ਸਾਨੂੰ ਕੋਈ ਔਜ਼ਾਰ ਫੜਨ ਵੇਲੇ, ਕੋਈ ਹਥਿਆਰ ਫੜਨ ਵੇਲੇ ਇਹ ਅੰਗੂਠੇ ਦੀ ਸਪੋਰਟ ਮਿਲੇ। ਬੰਦਾ ਔਜ਼ਾਰ ਫੜੇਗਾ, ਕੋਈ ਕੰਮ ਕਰੇਗਾ, ਕੋਈ ਹੱਥੀਂ ਕਿਰਤ ਕਰੇਗਾ। ਇਸ ਲਈ ਬਾਬੇ ਨੇ ਸਾਨੂੰ ਖੁਰ ਵੀ ਨਹੀਂ ਦਿੱਤੇ, ਸਾਨੂੰ ਹੱਥ ਦਿੱਤੇ ਨੇ ਤੇ ਅੰਗੂਠਾ ਦਿੱਤਾ ਵੀ ਅਸੀਂ ਕੋਈ ਔਜ਼ਾਰ ਆਰਾਮ ਨਾਲ ਫੜ ਸਕੀਏ, ਹੱਥੀਂ ਕਿਰਤ ਕਰ ਸਕੀਏ। ਸਤਿਗੁਰੂ ਨੇ ਬੜੇ ਢੰਗ ਦੇ ਨਾਲ ਇਸ ਗੱਲ ਨੂੰ ਸਮਝਾਇਆ। ਬਾਬਾ ਜੀ ਫਰਮਾਉਂਦੇ ਨੇ, ਇਹਨਾਂ ਸਾਰੀਆਂ ਨਾੜੀਆਂ ਦਾ ਧਾਗਾ ਬਣਾ ਕੇ ਪਰਮੇਸ਼ਵਰ ਨੇ ਪਿਰੋਇਆ ਤੇ ਸਰੀਰ ਦੇ ਅੰਗ ਲਾ ਕੇ ਇਹ ਸਾਰੇ ਮਨੁੱਖ ਦੀ ਜੋ ਸਿਰਜਣਾ ਕੀਤੀ ਏ, ਇਹ ਇੱਕ ਥਾਂ ਤੇ ਸਾਰੀਆਂ ਨਾੜੀਆਂ ਨੂੰ ਤੇ ਸਾਰਿਆਂ ਅੰਗਾਂ ਨੂੰ ਇਕੱਠਾ ਕਰ ਦਿੱਤਾ ਹੈ। ਲੋ ਨਾੜੀ ਸੁਆ ਹੈ ਅਸਤੀ। ਇੱਥੇ ਅਸਤੀ ਦਾ ਅਰਥ ਹੈ ਹੱਡੀਆਂ। ਹੱਡੀਆਂ ਦਾ ਸੂਆ ਪਿਰੋ ਕੇ ਇਹਨਾਂ ਨਾੜੀਆਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਮਾਲਕ ਪਰਮੇਸ਼ਵਰ ਨੇ, ਵਾਹਿਗੁਰੂ ਨੇ ਇਸ ਸੁੰਦਰ ਸਰੂਪ ਦੀ ਸਿਰਜਣਾ ਕਰਕੇ ਇਸ ਸੰਸਾਰ ਦੇ ਵਿੱਚ ਭੇਜਿਆ। ਅੰਬੈ ਕਾ ਕਰ ਡੰਡਾ ਧਰਿਆ। ਮਾਤਾ ਪਿਤਾ ਦੇ ਰਕਤ ਬਿੰਦ ਤੋਂ ਇਹ ਮਨੁੱਖ ਮਾਤਾ ਦੇ ਗਰਭ ਵਿੱਚ 9 ਮਹੀਨੇ ਦਾ ਵਾਸ ਕਰਕੇ ਪੈਦਾ ਹੋਇਆ ਤੇ ਡੰਡੇ ਵਰਗਾ ਸਰੀਰ ਮਾਲਕ ਪਰਮੇਸ਼ਵਰ ਨੇ ਘੜਿਆ ਹੈ। ਕਿਆ ਤੂੰ ਜੋਗੀ ਗਰਭਹਿ ਪਰਿਆ। ਹੇ ਜੋਗੀ, ਤੂੰ ਕਿਹੜੇ ਹੰਕਾਰ ਵਿੱਚ ਖੱਚਤ ਹੋਇਆ? ਤੂੰ ਗਲ ਦੇ ਵਿੱਚ ਇੱਕ ਕੱਪੜੇ ਦੀ ਝੋਲੀ ਬਣਾ ਕੇ ਤੇ ਤੂੰ ਮਾਣ ਕਰੇ ਜੀ ਮੈਂ ਸਭ ਕੁਝ ਸੰਸਾਰ ਦੇ ਵਿੱਚ ਤਿਆਗ ਦਿੱਤਾ, ਤੇ ਇੱਥੋਂ ਤਿਆਗਿਆ ਕੁਝ ਵੀ ਨਹੀਂ ਗਿਆ। ਇਹ ਸਰੀਰ ਵੀ ਤਾਂ ਇੱਕ ਕੇਵਲ ਹੱਡੀਆਂ ਦਾ ਰਕਤ ਪਿੰਜ ਦਾ ਗਾਰਾ ਹੈ, ਤੇ ਪਰਮੇਸ਼ਵਰ ਨੇ ਜਿਸ ਦੀ ਆਪ ਸਿਰਜਣਾ ਕੀਤੀ ਹੈ। ਜਪਨਾਥ ਦਿਨ ਰਹਿ ਨਾਈ। ਉਸ ਪਰਮੇਸ਼ਵਰ ਨੂੰ ਦਿਨ ਰਾਤ ਆਰਾਧਨਾ ਕਰ, ਜਪਣਾ ਕਰ, ਜਿਸ ਨੇ ਸਾਰੇ ਸੰਸਾਰ ਦੇ ਜੀਵਾਂ ਨੂੰ ਨੱਥ ਪਾਈ ਹੋਈ ਹੈ। ਸਾਰੇ ਸੰਸਾਰ ਦਾ ਨਾਥ ਹੈ, ਮਾਲਕ ਹੈ, ਉਹ ਖੁਦਾ, ਉਹ ਪਰਮੇਸ਼ਵਰ, ਉਹ ਵਾਹਿਗੁਰੂ, ਗੋਡ, ਬੀਠਲ, ਮੁਰਾਰੀ, ਜਿੰਨੇ ਵੀ ਨਾਂ ਪਰਮੇਸ਼ਵਰ ਦੇ ਨੇ। ਇੱਥੇ ਨਾਥ ਲਫ਼ਜ਼ ਆਇਆ, ਜਿਨੇ ਸਾਰੇ ਜੀਵਾਂ ਦੇ ਨੱਕ ਵਿੱਚ ਨੱਥ ਪਾਈ ਹੋਈ ਹੈ, ਨਕੇਲ ਪਾਈ ਹੋਈ ਹੈ। ਨੱਕ ਨੱਥ, ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਤੇਰੀ ਖਿੰਥਾ ਦੋ ਦਿਹਾਈ। ਤੂੰ ਜੋ ਗਲ ਦੇ ਵਿੱਚ ਇੱਕ ਖਿੰਥਾ ਪਾ ਲਈ, ਇਹ ਤਾਂ 2 ਦਿਹਾੜਿਆਂ ਦੀ ਖੇਡ ਹੈ। ਪਰਮੇਸ਼ਵਰ ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਜਦੋਂ ਦੀ ਸ੍ਰਿਸ਼ਟੀ ਸਾਜੀ ਹੈ, ਪਤਾ ਨਹੀਂ ਉਹਨੇ ਕਿੰਨੇ ਹੀ ਸਰੀਰ ਪੈਦਾ ਕਰ ਦਿੱਤੇ ਨੇ। ਰਹਾਉ ਗਹਿਰੀ ਬੇਪੂਤ, ਲਾਏ ਬੈਠਾ ਤਾੜੀ। ਤੂੰ ਪਿੰਡੇ ਤੇ ਸਵਾਹ ਮਲ ਕੇ, ਵਿਭੂਤ ਲਾ ਕੇ ਤੇ ਚੌਂਕੜਾ ਮਾਰ ਬੈਠ ਗਿਆ, ਤੇ ਦੁਨੀਆ ਨੂੰ ਭੁਲੇਖਾ ਪਾ ਦਿੱਤਾ ਕਿ ਮੈਂ ਪਰਮੇਸ਼ਵਰ ਦੇ ਚਰਨਾਂ ਦਾ ਧਿਆਨ ਧਰ ਕੇ ਜੁੜ ਬੈਠਾ ਹਾਂ। ਮੇਰੀ ਤੇਰੀ ਮੁੰਦਰਾ ਧਾਰੀ। ਕੰਨਾਂ ਦੇ ਵਿੱਚ ਭਾਵੇਂ ਮੁਦਰਾ ਪਾ ਲਈਆਂ, ਪਰ ਤੇਰੇ ਅੰਦਰੋਂ ਅਜੇ ਮੇਰ ਤੇਰ ਨਹੀਂ ਮੁੱਕਿਆ। ਮੰਗਹਿ ਟੂਕਾ ਤ੍ਰਿਪਤ ਨਾ ਪਾਵੈ। ਘਰ ਘਰ ਜਾ ਕੇ ਭਿਖਿਆ ਮੰਗਣ ਵਾਲੇ ਜੋਗੀ, ਇੱਕ ਟੁੱਕੜ ਦੇ ਕਰਕੇ ਤੂੰ ਥਾਂ ਥਾਂ ਦਾ ਮੰਗਤਾ ਬਣ ਗਏ ਹੋ, ਤੇ ਆਖਣਾ ਮੈਂ ਗ੍ਰਸਤ ਤਿਆਗ ਦਿੱਤਾ। ਉਹਨਾਂ ਗ੍ਰਸਤੀਆਂ ਦੇ ਕੋਲੋਂ ਹੀ ਜਾ ਕੇ ਮੰਗਣ ਵਾਲਾ, ਜਿਹੜਾ ਦਿਨ ਰਾਤ ਕੇਵਲ
ਮੰਗਣ ਦੇ ਵਿੱਚ ਖਚਤ ਹੋਇਆ ਹੈ, ਉਸ ਦੀ ਕਦੇ ਤ੍ਰਿਪਤੀ ਨਹੀਂ ਹੋ ਸਕੀ। ਨਾਥ ਛੋੜ ਜਾਚਹਿ ਲਾਜ ਨਾ ਆਵੈ। ਉਹ ਪਰਮੇਸ਼ਵਰ ਦਿਆਲ ਜੋ ਸਰਬ ਘਟਾਂ ਨੂੰ ਦੇਵਣ ਵਾਲਾ, ਸਾਰੇ ਜੀਆਂ ਦੀ ਪ੍ਰਤਪਾਲਨਾ ਕਰਨ ਵਾਲਾ, ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ। ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ ਤਿਨ ਕੋ ਮੋਹ ਭਇਆ ਮਨ ਮਦ ਕਾ। 84 ਲੱਖ ਜੂਨ ਉਪਾਈ ਰਿਜ਼ਕ ਦਿਆ ਸਭਹੂ ਕੋ ਤਦ ਕਾ। ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਉਹ ਰਿਜ਼ਕ ਦਾਤਾ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਵਾਰ ਗਨੀਮਨ ਗਾਰੈ। ਪਛ ਪਸ਼ੂ ਨਗ ਨਾਗ ਨਰਾਦਬ ਸਰਬ ਸਮੇਂ ਸਰਬ ਕੋ ਪ੍ਰਤਪਾਰੇ। ਉਹ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਪਰਮੇਸ਼ਵਰ, ਉਸ ਨੂੰ ਛੱਡ ਕੇ ਤੂੰ ਘਰ ਘਰ ਮੰਗਣ ਲੱਗ ਪਿਓ, ਤੇਰੀ ਤ੍ਰਿਪਤੀ ਨਹੀਂ ਹੋਈ, ਤੈਨੂੰ ਲਾਜ ਨਾ ਆਈ। ਚਲ ਚਿਤ ਜੋਗੀ ਆਸਣ ਤੇਰਾ। ਤੂੰ ਭਾਵੇਂ ਆਸਣ ਲਾ ਲਿਆ, ਪਰ ਜਦੋਂ ਤੱਕ ਤੇਰਾ ਅੰਦਰ ਨਹੀਂ ਨਾ ਟਿਕਿਆ, ਜਦੋਂ ਤੱਕ ਤੇਰਾ ਮਨ ਪਰਮੇਸ਼ਵਰ ਦੇ ਚਰਨਾਂ ਵਿੱਚ ਨਹੀਂ ਜੁੜਿਆ, ਇਹ ਕੇਵਲ ਵਿਖਾਵਾ ਮਾਤਰ ਬਣ ਗਿਆ। ਸਿੰਘੀ ਵਾਜੈ ਨਿਤ ਉਦਾਸੇਰਾ। ਇਹ ਸ਼ਬਦ ਰੂਪੀ ਸਿੰਘੀ ਤਾਂ ਅੰਦਰ ਵਜਣੀ ਸੀ, ਪਰ ਤੂੰ ਬਾਹਰ ਰੂਪੀ ਸਿੰਘੀ ਵਜਾ ਕੇ ਜਿਹੜਾ ਦੁਨੀਆ ਨੂੰ ਆਪਣੇ ਜੋਗੀ ਹੋਣ ਦਾ ਭਰਮ ਪੈਦਾ ਕੀਤਾ। ਦੁਨੀਆ ਦੇ ਵਿੱਚ ਇਹ ਕੇਵਲ ਪਖੰਡ ਮਾਤਰ ਹੈ, ਜਦੋਂ ਤੱਕ ਤੇਰਾ ਅੰਦਰੋਂ ਮਨ ਪਰਮੇਸ਼ਵਰ ਦੇ ਚਰਨਾਂ ਵਿੱਚ ਨਹੀਂ ਜੁੜਿਆ। ਗੁਰ ਗੋਰਖ ਕੀਤੈ ਬੂਝ ਨਾ ਪਾਈ। ਜਿਹੜਾ ਆਪ ਪਰਮੇਸ਼ਵਰ ਜਿਨੇ ਇਸ ਸੰਸਾਰ ਦੇ ਵਿੱਚ ਕਈ ਗੋਰਖ ਪੈਦਾ ਕੀਤੇ ਨੇ, ਕਈ ਨਾਥ ਮਛੰਦਰ ਪੈਦਾ ਕੀਤੇ ਨੇ, ਕਈ ਦੇਵੀ ਦੇਵਤੇ ਉਸ ਦੇ ਪੈਦਾ ਹੋਏ ਸੰਸਾਰ ਦੇ ਵਿੱਚ ਵਿਚਰੇ, ਤੂੰ ਉਸ ਦੇ ਪੈਦਾ ਕੀਤੇ ਹੋਏ ਗੋਰਖ ਦੇ ਮਗਰ ਲੱਗ ਗਿਆ। ਪਰ ਅਸਲ ਗੋਰਖ ਜਿਹੜਾ ਆਪ ਪਰਮਾਤਮਾ ਹੈ, ਤੈਨੂੰ ਉਸ ਦੀ ਸੋਝੀ ਨਹੀਂ ਹੋਈ। ਫਿਰ ਜੋਗੀ ਆਵੈ ਜਾਈ। ਜਦੋਂ ਤੱਕ ਸੱਚ ਨੂੰ ਨਹੀਂ ਪਛਾਣੇਗਾ, ਇਸ ਸੰਸਾਰ ਦੇ ਵਿੱਚ ਸਦਾ ਤੇਰਾ ਆਵਾਗਮਨ ਬਣਿਆ ਰਹੇਗਾ। ਜਿਸਨੂੰ ਹੋਆ ਨਾਥ ਕਿਰਪਾਲਾ। ਪਰਮੇਸ਼ਵਰ ਪੂਰੇ ਦੀ ਜਿਸ ਤੇ ਬਖਸ਼ਿਸ਼ ਵਰਤ ਗਈ, ਜਿਸ ਤੇ ਉਹ ਕਿਰਪਾਲ ਹੋ ਗਿਆ, ਜਿਸ ਤੇ ਉਸ ਨੂੰ ਦਇਆ ਆ ਗਈ। ਰਹਿ ਰਾਸ ਹਮਾਰੀ ਗੁਰ ਗੋਪਾਲਾ। ਸਾਡੀ ਉਸ ਪਰਮੇਸ਼ਵਰ ਵਾਹਿਗੁਰੂ ਗੋਪਾਲ ਦੇ ਚਰਨਾਂ ਵਿੱਚ ਅਰਦਾਸ ਹੈ, ਜੋਦੜੀ ਹੈ, ਮਿੰਨਤ ਹੈ। ਗੋਪਾਲ ਲਫ਼ਜ਼ ਕਿਉਂਕਿ ਪਰਮੇਸ਼ਵਰ ਦੇ ਜਿੰਨੇ ਵੀ ਨਾਮ ਨੇ, ਇਹ ਸਾਰੇ ਉਹਦੇ ਗੁਣਵਾਚਕ ਨਾਮ ਨੇ। ਜਿਨ੍ਹਾਂ ਨੇ ਪਰਮੇਸ਼ਵਰ ਨੂੰ ਕਿਸੇ ਗੁਣ ਦੇ ਵਿੱਚ ਡਿੱਠਾ, ਉਸੇ ਗੁਣ ਤੋਂ ਨਾਮ ਪੁਕਾਰਿਆ। ਗੋਪਾਲ ਦੇ ਨੂੰ ਸੰਧੀ ਵਿਛੇਦ ਕਰੀਏ ਨਾ, ਗੋ ਕਹਿੰਦੇ ਨੇ ਧਰਤੀ, ਪਾਲ ਕਹਿੰਦੇ ਨੇ ਪਾਲਣਾ ਕਰਨ ਵਾਲਾ। ਧਰਤੀ ਦੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ ਗੋਪਾਲ। ਬਾਣੀ ਵਿੱਚ ਕਈ ਥਾਵਾਂ ਤੇ ਲਫ਼ਜ਼ ਆਉਂਦਾ ਹੈ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਸੇ ਤਰ੍ਹਾਂ ਇੱਕ ਨਾਮ ਆਉਂਦਾ ਜਗਦੀਸ਼। ਜਗ ਮਤਲਬ ਹੈ ਸੰਸਾਰ, ਤੇ ਦੀਸ਼ ਮਤਲਬ ਪਾਲਣਾ ਕਰਨ ਵਾਲਾ। ਸੰਸਾਰ ਦੇ ਸਮੁੱਚੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ ਜਗਦੀਸ਼। ਪਰਮੇਸ਼ਵਰ ਦੇ ਜਿੰਨੇ ਵੀ ਨਾਮ ਨੇ, ਅੰਗਰੇਜ਼ਾਂ ਨੇ ਗੋਡ ਕਹਿ ਕੇ ਪੁਕਾਰਿਆ। ਜੀ ਤੋਂ ਜਨਰੇਟਰ ਪੈਦਾ ਕਰਨ ਵਾਲਾ, O ਫੋਰ ਆਪਰੇਟਰ ਪ੍ਰਤਪਾਲਨਾ ਕਰਨ ਵਾਲਾ, D ਫੋਰ ਡਿਸਟਰੋਇਰ ਨਾਸ਼ ਕਰਨ ਵਾਲਾ। ਇਹ ਪਰਮਾਤਮਾ ਦੇ ਤਿੰਨ ਗੁਣ। ਇਸੇ ਤਰ੍ਹਾਂ ਸਾਡੇ ਮੁਸਲਮਾਨ ਵੀਰ ਆਖਦੇ ਨੇ ਖੁਦਾ, ਜੋ ਖੁਦ ਤੋਂ ਪੈਦਾ ਹੋਇਆ ਹੈ, ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤਾ ਹੈ। ਜਿਹੜਾ ਖੁਦ ਤੋਂ ਪੈਦਾ ਹੋਇਆ ਉਹ ਖੁਦਾ। ਰੱਬ ਦੇ ਜਿੰਨੇ ਵੀ ਨਾਮ ਨੇ, ਸਾਡੇ ਹਿੰਦੂ ਵੀਰ ਕਹਿੰਦੇ ਨੇ ਭਗਵਾਨ। ਭੱਬੇ ਤੋਂ ਭੂਮੀ ਦੀ ਸਿਰਜਣਾ ਕਰਨ ਵਾਲਾ, ਗੱਗੇ ਤੋਂ ਗਗਨ ਮੰਡਲ ਦੀ ਸਿਰਜਣਾ ਕਰਨ ਵਾਲਾ, ਵਾਵੇ ਤੋਂ ਵਾਯੂ ਮੰਡਲ। ਆ ਜਿੰਨੇ ਵੀ ਅਸੀਂ ਗੈਸੇਸ ਨੇ, ਅਸੀਂ ਆਕਸੀਜਨ ਨੂੰ ਅੰਦਰ ਗ੍ਰਹਿਣ ਕਰਦੇ ਹਾਂ, ਕਾਰਬਨ ਡਾਈਆਕਸਾਈਡ ਨੂੰ ਅਸੀਂ ਤਿਆਗਦੇ ਹਾਂ। ਇਹ ਸਭ ਜਿਹੜੇ ਨੇ, ਜਿਹਨੇ ਵਾਯੂ ਮੰਡਲ ਪੈਦਾ ਕੀਤਾ, ਭਿੰਨ ਭਿੰਨ ਤਰ੍ਹਾਂ ਦੀਆਂ ਜਿਹੜੀਆਂ ਗੈਸੇਸ ਨੇ ਉਹ ਸੰਸਾਰ ਦੇ ਵਿੱਚ, ਕਿਉਂਕਿ ਆਕਸੀਜਨ ਸਾਡੇ ਜੀਵਨ ਦਾ ਇੱਕ ਆਧਾਰ ਹੈ। ਜੇ ਆਕਸੀਜਨ ਮੁੱਕ ਜਾਵੇ, ਮਾਫ ਕਰਨਾ, ਪ੍ਰਸ਼ਾਦੇ ਤੋਂ ਬਿਨਾਂ ਬੰਦਾ ਕੁਝ ਦਿਨ ਜੀਂਦਾ ਰਹਿ ਸਕਦਾ ਹੈ। ਪਾਣੀ ਤੋਂ ਬਿਨਾਂ ਵੀ ਵਿਗਿਆਨੀ ਕਹਿੰਦੇ ਨੇ, ਸਾਇੰਟਿਸਟ ਕਹਿੰਦੇ ਨੇ, ਬੰਦਾ 72 ਘੰਟੇ ਜੀਂਦਾ ਰਹਿ ਸਕਦਾ, ਪਰ ਆਕਸੀਜਨ ਤੋਂ ਬਿਨਾਂ 5 ਮਿੰਟ ਵੀ ਜੀਂਦਾ ਨਹੀਂ ਰਹਿ ਸਕਦਾ। ਜਿਹਨੇ ਵਾਯੂ ਮੰਡਲ ਪੈਦਾ ਕੀਤਾ, ਭੱਬੇ ਤੋਂ ਭੂਮੀ ਦੀ ਸਿਰਜਣਾ ਕਰਨ ਵਾਲਾ, ਗੱਗੇ ਤੋਂ ਗਗਨ ਮੰਡਲ, ਵਵੇ ਤੋਂ ਵਾਯੂ ਮੰਡਲ, ਤੇ ਵਾਹ ਦੇ ਨਾਲ ਆ ਦੀ ਮਾਤਰਾ ਅਗਨੀ, ਅੱਗ, ਫਾਇਰ।
ਅੱਗ ਪੈਦਾ ਕਰਨ ਵਾਲਾ, ਤੇ ਨੰਨੇ ਤੋਂ ਨੀਰ, ਪਾਣੀ, ਜਲ, ਵਾਟਰ, ਇਹ 5 ਤੱਤਾਂ ਤੋਂ ਮਨੁੱਖ ਬਣਿਆ। ਇਹ ਸਮੁੱਚੀ ਸ੍ਰਿਸ਼ਟੀ 5 ਤੱਤਾਂ ਤੋਂ ਬਣੀ ਹੈ, ਪਰ ਜਿਸ ਨੇ ਇਹ 5 ਤੱਤ ਪੈਦਾ ਕੀਤੇ ਨੇ ਉਹ ਹੈ ਭਗਵਾਨ। ਇਸੇ ਕਰਕੇ ਗੁਰਬਾਣੀ ਦੇ ਵਿੱਚ ਵੀ ਭਗਵਾਨ ਲਫ਼ਜ਼ ਕਈ ਥਾਵਾਂ ਤੇ ਆਉਂਦਾ ਜੀ। ਨਾ ਮੈਂ ਖਿੰਥਾ ਨਾ ਮੈਂ ਬਸਤਰ। ਭਗਤ ਪਿਆਰਿਆਂ ਦੀ ਕੋਈ ਵੱਖਰੀ ਪੋਸ਼ਾਕ ਨਹੀਂ ਹੁੰਦੀ, ਕਿਉਂਕਿ ਬਾਬੇ ਨੇ ਸਾਨੂੰ ਇੱਕ ਨਿਸ਼ਚਿਤ ਪੋਸ਼ਾਕ ਦੇ ਵਿੱਚ, ਜਿਵੇਂ ਜੋਗੀ ਇੱਕ ਨਿਸ਼ਚਿਤ ਪੋਸ਼ਾਕ ਪਹਿਨਦੇ ਨੇ, ਜਿਹੜੇ ਸਾਡੇ ਮੁਸਲਮਾਨ ਵੀਰ ਹਜ ਦੀ ਯਾਤਰਾ ਤੇ ਜਾਂਦੇ ਨੇ ਉਹਨਾਂ ਦੀ ਪੋਸ਼ਾਕ ਨਿਸ਼ਚਿਤ ਹੈ, ਕੋਈ ਆਪਣੀ ਮਰਜ਼ੀ ਦੀ ਪੋਸ਼ਾਕ ਨਹੀਂ ਪਾ ਸਕਦੇ, ਜੋ ਨਿਸ਼ਚਿਤ ਹੈ ਉਹੀ ਪਾਈ ਜਾਂਦੀ ਹੈ। ਸਾਨੂੰ ਮਾਲਕ ਨੇ ਖੁੱਲੀ ਖੇਡ ਵਰਤਾਈ ਹੈ, ਜੇ ਕੋਈ ਕੁਰਤੇ ਪਜਾਮੇ ਵਿੱਚ ਹੈ, ਜੇ ਕੋਈ ਬਾਣੇ ਵਿੱਚ ਹੈ, ਜੇ ਕੋਈ ਪੈਂਟ ਸ਼ਰਟ ਦੇ ਵਿੱਚ ਹੈ, ਅੰਦਰੋਂ ਨਾਮ ਵਿੱਚ ਰਚਿਆ ਹੋਵੇ, ਕਿਉਂਕਿ ਬਾਬਾ ਜੀ ਫਰਮਾਉਂਦੇ ਨੇ ਨਾਮੈ ਖਿੰਥਾ ਨਾਮੈ ਬਸਤਰ। ਭਗਤ ਪਿਆਰਿਆਂ ਦਾ ਚੋਲਾ ਉਸ ਦਾ ਨਾਮ ਹੈ। ਜੇ ਨਾਮ ਜਪਦਾ ਪਰਮੇਸ਼ਵਰ ਦਾ ਤੇ ਨਾਮ ਦਾ ਚੋਲਾ ਪਹਿਨੇ, ਨਾਮ ਦੇ ਬਸਤਰ ਪਹਿਨੇ। ਬਾਬਾ ਜੀ ਬਾਰ-ਬਾਰ ਸਮਝਾਉਂਦੇ ਨੇ ਇੱਥੇ ਤੱਕ ਕਿ ਭਗਤ ਪਿਆਰਿਆਂ ਦੇ ਪਹਿਨਣੇ ਨੂੰ ਤੇ ਖਾਣ ਨੂੰ ਵੀ ਬਾਣੀ ਨੇ ਅੰਮ੍ਰਿਤ ਕਹਿ ਕੇ ਪੁਕਾਰਿਆ। ਜਿਹਦੇ ਵਿੱਚ ਅੰਮ੍ਰਿਤ ਨਾਮ ਟਿਕ ਗਿਆ ਨਾ, ਜਿਸ ਹਿਰਦੇ ਦੇ ਵਿੱਚ ਪਰਮੇਸ਼ਵਰ ਦਾ ਨਾਮ ਸਦ ਜਾਗੰਤਾ ਹੈ, ਸਦਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਗੜੁਚ ਹੋਇਆ ਗੁਰਸਿੱਖ ਪਿਆਰਾ, ਉਸ ਦਾ ਨਾਮ ਹੀ ਬਸਤਰ ਹੈ ਤੇ ਨਾਮ ਹੀ ਉਸ ਦੀ ਝੋਲੀ ਹੈ। ਜਨ ਨਾਨਕ ਜੋਗੀ ਹੋਆ ਅਸਥਿਰ। ਐਸਾ ਜੋਗੀ ਜੋ ਪਰਮੇਸ਼ਵਰ ਦੇ ਨਾਮ ਵਿੱਚ ਟਿਕਿਆ ਹੋਇਆ ਹੈ, ਉਹ ਸਦਾ ਇਸ ਸੰਸਾਰ ਤੇ ਜਿਉਂਦਾ ਰਹਿੰਦਾ ਹੈ। ਇੱਥੇ ਸਰੀਰਕ ਮੌਤ ਦੀ ਗੱਲ ਨਹੀਂ, ਆਤਮਕ ਤੌਰ ਤੇ ਉਹ ਸਦਾ ਜਿਉਂਦਾ ਹੈ। ਹੁਣ ਭਗਤ ਧਰੂ, ਭਗਤ ਪ੍ਰਹਿਲਾਦ ਆਦਿਕ ਐਸੇ ਕਈ ਭਗਤ ਸਰੀਰਕ ਤੌਰ ਤੇ ਭਾਵੇਂ ਇਸ ਜਗਤ ਤੋਂ ਚਲੇ ਗਏ ਨੇ, ਪਰ ਉਹ ਸਦਾ ਜੀਵੰਤੇ ਨੇ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਟਿਕਿਆ ਹੋਇਆ ਹੈ। ਇਉਂ ਜਪਿਆ ਨਾਥ ਦਿਨ ਰਹਿ ਨਾਈ। ਉਸ ਰੱਬ ਦਾ ਸੋਹਣੇ ਦਾ ਨਾਮ ਦਿਨ ਰਾਤ ਜਪਣਾ ਕਰ। ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ। ਇਸ ਪਾਵਨ ਸ਼ਬਦ ਦੇ ਦੂਜੇ ਰਹਾਉ ਦੇ ਵਿੱਚ ਸ਼ਬਦ ਦੀ ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਫਰਮਾਉਂਦੇ ਨੇ, ਇਸ ਤਰ੍ਹਾਂ ਸ਼ਬਦ ਦੇ ਲੜ ਲੱਗਿਆਂ, ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਮੱਤ ਦੇ ਲੜ ਲੱਗਿਆਂ ਉਸ ਪਰਮੇਸ਼ਵਰ ਦੀ ਪ੍ਰਾਪਤੀ ਸੰਭਵ ਹੋ ਸਕਦੀ ਹੈ। ਆਓ ਇਹ ਪੰਕਤੀ ਪੜ੍ਹ ਕੇ ਫਿਰ ਸਮਾਪਤੀ ਕਰਦੇ ਹਾਂ। ਬਹੁਤ ਸ਼ੁਕਰਾਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੇ, ਜਿਨ੍ਹਾਂ ਨੇ ਦਾਸ ਗਰੀਬ ਨੂੰ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਾਏ ਨੇ ਜੀ। ਆਓ ਇਹ ਪੰਕਤੀ ਪੜ੍ਹ ਕੇ ਫਿਰ ਫਤਿਹ ਬੁਲਾਉਂਦੇ ਹਾਂ ਜੀ। ਇਉਂ ਜਪਿਆ ਨਾਥ ਦਿਨ ਰਹਿ ਨਾਈ। ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।